ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੋ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਬਨ ਅਬੋਲ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਬਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਹਰ ਸੋ ਹੀਰਾ ਛਾਡ ਕੈ, ਕਰਹਿ ਆਨ ਕੀ ਆਸ। ਤੇ ਨਰ ਦੋਜਕ ਜਾਹੇਂਗੇ, ਸਤ ਭਾਖੈ ਰਬਦਾਸ। ਤੇ ਨਰ ਦੋਜਕ ਜਾਹੇਂਗੇ, ਸਤ ਭਾਖੈ ਰਬਦਾਸ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਬੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਅਬ ਨਾ ਦਾਵੇ ਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਹਰਿ ਜੀਉ ਸੇਵਿਓ ਅਗਮ ਅਪਾਰਾ, ਤਿਸ ਦਾ ਅੰਤ ਨ ਪਾਈਐ ਪਾਰਾਵਾਰਾ। ਹਰਿ ਜੀਉ ਸੇਵਿਓ ਅਗਮ ਅਪਾਰਾ, ਤਿਸ ਦਾ ਅੰਤ ਨ ਪਾਈਐ ਪਾਰਾਵਾਰਾ। ਗੁਰ ਪ੍ਰਸਾਦ ਰਵਿਆ ਘਟ ਅੰਤਰ,
ਤਿਤ ਘਟ ਮਤ ਅਗਾਹ ਅਪਾਰਾ। ਗੁਰ ਪ੍ਰਸਾਦ ਰਭਿਆ ਘਟ ਅੰਤਰ। ਤੇ ਮਤਿਤ ਘਰ ਘਟ ਮਤ ਅਗਾਹ ਹੈ। ਸਭ ਮਹਿ ਵਰਤੈ ਏਕੋ ਕੋ ਸੋਈ। ਗੁਰ ਪ੍ਰਸਾਦੀ ਪ੍ਰਗਟ ਹੋਈ। ਸਭਨਾ ਪ੍ਰਤਪਾਲ ਕਰੇ ਜਗ ਜੀਵਨ। ਦੇਂਦਾ ਰਿਜਕ ਸੰਭਾਹਾ ਹੈ। ਪੂਰੈ ਸਤਿਗੁਰ ਬੂਝ ਬੁਝਾਇਆ। ਹੁਕਮੇ ਹੀ ਸਭ ਜਗਤ ਉਪਾਇਆ। ਹੁਕਮ ਮੰਨੇ ਸੋਈ ਸੁਖ ਪਾਏ। ਹੁਕਮ ਸਿਰ ਸਾਹਾ ਪਾਤਸ਼ਾਹ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ। ਤਿਸ ਦੈ ਸ਼ਬਦ ਨਿਸਤਰੈ ਸੰਸਾਰਾ। ਆਪੇ ਕਰਤਾ ਕਰ ਕਰ ਵੇਖੈ। ਦੇਂਦਾ ਸਾਸ ਗਿਰਾਹਾ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ। ਤਿਸ ਦੈ ਸ਼ਬਦ ਨਿਸਤਰੈ ਸੰਸਾਰਾ। ਆਪੇ ਕਰਤਾ ਕਰ ਕਰ ਵੇਖੈ। ਦੇਂਦਾ ਸਾਸ ਗਿਰਾਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ ਦੇ ਮਾਲਕ ਬਾਣੀ ਕੇ ਬੋਹਿਥ ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਸਮਰੱਥ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰੇ ਜਿੱਥੇ ਸਮਾਂ ਹੈ ਜੋ ਨਿਤਾ ਪ੍ਰਤੀ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਦੇ ਹਨ, ਉੱਥੇ ਅੱਜ ਨਾਲ ਹੀ ਸ਼੍ਰੋਮਣੀ ਭਗਤ ਰਵਿਦਾਸ ਸਾਹਿਬਾਨ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ।
ਸੋ ਸਾਰੀਆਂ ਸੰਗਤਾਂ ਨੂੰ ਭਗਤ ਰਵਿਦਾਸ ਸਾਹਿਬਾਨ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ। ਆਓ ਪਹਿਲਾਂ ਕੁਝ ਸਮੇਂ ਦੇ ਲਈ ਭਗਤ ਰਵਿਦਾਸ ਸਾਹਿਬਾਨ ਜੀ ਦੇ ਜੀਵਨ ਸੰਬੰਧੀ ਆਪਾਂ ਗੁਰਮਤਿ ਦੀਆਂ ਵਿਚਾਰਾਂ ਕਰੀਏ। ਭਗਤ ਰਵਿਦਾਸ ਸਾਹਿਬਾਨ ਜੀ ਜਿਨ੍ਹਾਂ ਦੀ ਜਨਮ 1377 ਦੇ ਵਿੱਚ ਬਨਾਰਸ ਦੀ ਧਰਤੀ, ਜਿਹਨੂੰ ਕਾਂਸ਼ੀਪੁਰੀ ਵੀ ਆਖਿਆ ਜਾਂਦਾ ਹੈ, ਕਾਂਸ਼ੀ ਦੇ ਵਿੱਚ ਭਗਤ ਜੀ ਦਾ ਜਨਮ ਹੋਇਆ। ਕਿਉਂਕਿ ਮਨੂ ਸਿਮਰਤੀ ਮੁਤਾਬਕ ਮਨੁੱਖ ਨੂੰ 4 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਖੱਤਰੀ, ਬ੍ਰਾਹਮਣ, ਸ਼ੂਦਰ ਤੇ ਬੈਸ। ਸਭ ਤੋਂ ਜ਼ਿਆਦਾ ਤਰਸਯੋਗ ਜਿਹੜੀ ਹਾਲਤ ਸੀ ਇਹ ਸ਼ੂਦਰਾਂ ਦੀ ਸੀ। ਹਾਲਾਤ ਇਹੋ ਜਿਹੇ ਹੋ ਚੁੱਕੇ ਸਨ ਕਿ ਉੱਚ ਜਾਤੀ, ਜਿਹੜਾ ਜਾਤੀ ਦਾ ਅਭਿਮਾਨੀ ਮਨੁੱਖ ਸੀ, ਉਹਦੇ ਖੂਹ ਦੇ ਉੱਤੋਂ ਕੁੱਤਾ ਭਾਵੇਂ ਪਾਣੀ ਪੀ ਲਵੇ, ਪਰ ਜੇਕਰ ਕਿਸੇ ਸ਼ੂਦਰ ਨੇ ਪਾਣੀ ਪੀ ਲਿਆ ਤੇ ਸ਼ੂਦਰ ਨੂੰ ਫਿਰ ਸਜ਼ਾ ਦਿੱਤੀ ਜਾਂਦੀ ਸੀ, ਉਹਨੂੰ ਤਾੜਨਾ ਕੀਤਾ ਜਾਂਦਾ ਸੀ। ਤੇ ਜੇਕਰ ਕਿਸੇ ਸ਼ੂਦਰ ਦਾ ਪਰਛਾਵਾਂ ਕਿਸੇ ਜਾਤ ਅਭਿਮਾਨੀ ਦੇ ਉੱਤੇ ਪੈ ਜਾਂਦਾ ਸੀ ਤੇ ਗੁਰੂ ਸਵਾਰਿਓ ਫਿਰ ਉਹ ਗੰਗਾ ਦੇ ਜਲ ਨਾਲ ਇਸ਼ਨਾਨ ਕਰਦਾ ਸੀ। ਇੱਥੋਂ ਤੱਕ ਜੇ ਰਾਤ ਵੇਲੇ ਕਿਤੇ ਸ਼ੂਦਰ ਵਿਚਰਦਾ ਸੀ ਰਸਤੇ ਦੇ ਵਿੱਚ, ਉਹਦੇ ਗਲ 'ਚ ਟੱਲੀ ਪਾਈ ਜਾਂਦੀ ਸੀ, ਟੱਲ ਪਾਇਆ ਜਾਂਦਾ ਸੀ। ਤੇ ਜਿਹੜਾ ਉਹਨੇ ਬਸਤਰ ਪਹਿਨਿਆ ਹੁੰਦਾ, ਬਸਤਰ ਦੇ ਪਿਛਲੇ ਪਾਸੇ ਇੱਕ ਛਾਪਾ ਜਿਹੜਾ ਹੈ, ਦਰੱਖਤ ਦਾ ਛਾਪਾ ਬੰਨ੍ਹਿਆ ਜਾਂਦਾ ਸੀ, ਤਾਂ ਕਿ ਜਿੱਥੇ ਵੀ ਸ਼ੂਦਰ ਦੇ ਪੈਰ ਲੱਗਣ ਉਹ ਛਾਪੇ ਦੇ ਨਾਲ, ਉਹ ਦਰੱਖਤ ਦੀ ਟਾਹਣੀ ਨਾਲ ਉਹ ਸਾਫ਼ ਹੋ ਜਾਣ। ਜੇ ਸ਼ੂਦਰ ਰਾਤ ਵੇਲੇ ਆ ਰਿਹਾ, ਟੱਲ ਵੱਜੇਗਾ ਤੇ ਆਪਾਂ ਸਾਰੇ ਵੱਖਰੇ ਹੋ ਜਾਵਾਂਗੇ। ਆਪਾਂ ਆਖਾਂਗੇ ਕਿ ਭਾਈ ਸ਼ੂਦਰ ਆ ਰਿਹਾ, ਸਾਵਧਾਨ, ਪਿੱਛੇ ਹਟਣਾ ਕਰੋ। ਇਹੋ ਜਿਹੀ ਤਰਸਯੋਗ ਹਾਲਤ ਸੀ। ਤੇ ਪਰਮਾਤਮਾ ਨੇ ਫਿਰ ਇਹਨੂੰ ਠੱਲ ਪਾਉਣ ਦੇ ਲਈ ਨੀਵੀਆਂ ਜਾਤਾਂ ਦੇ ਵਿੱਚ, ਜਿੱਥੇ ਪਾਂਡਿਆਂ ਦਾ ਗੜ੍ਹ ਹੈ, ਬਨਾਰਸ ਦੀ ਧਰਤੀ, ਕਾਂਸ਼ੀ ਦੀ ਪੁਰੀ, ਉਸ ਪੁਰੀ ਦੇ ਵਿੱਚ 2 ਇਹੋ ਜਿਹੇ ਪਿਆਰੇ ਭਗਤ ਭੇਜਣਾ ਕੀਤੇ, ਜਿਹੜੇ ਦੋਨੋਂ ਸਮਕਾਲੀ ਹੋਏ ਨੇ। ਉਹ ਨੇ ਭਗਤ ਕਬੀਰ ਸਾਹਿਬਾਨ ਜੀ ਤੇ ਭਗਤ ਰਵਿਦਾਸ ਸਾਹਿਬਾਨ ਜੀ, ਜਿਨ੍ਹਾਂ ਨੇ ਪਰ ਇਹਨਾਂ ਪਾਂਡਿਆਂ ਦੇ ਮੁੱਖ ਉੱਤੇ ਆਖਣਾ ਕੀਤਾ। ਜੇ ਕਬੀਰ ਜੀ ਦੀ ਆਪਾਂ ਗੱਲ ਕਰੀਏ ਤੇ ਕਬੀਰ ਜੀ ਕਹਿੰਦੇ ਨੇ ਪਾਂਡਿਆਂ ਨੂੰ ਇਹਦੇ ਮੁੱਖ ਉੱਤੇ ਕਹਿ ਦਿੱਤਾ ਕਿ ਗਲ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਪੱਗ, ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਇੱਕ ਪੰਡਤਾਂ ਦੇ ਮੁੱਖ ਉੱਤੇ, ਜਿੱਥੇ ਉਹਨਾਂ ਦਾ ਗੜ੍ਹ ਹੋਵੇ, ਜਿੱਥੇ ਉਹਨਾਂ ਧਾਰਮਿਕ ਸਥਾਨ ਹੋਣ, ਉਹਨਾਂ ਦੇ ਮੁੱਖ ਉੱਤੇ ਇੱਕ ਨੀਵੀਂ ਜਾਤ ਵਾਲਾ ਉੱਠ ਕੇ ਆਖ ਦੇਵੇ ਤੁਸੀਂ ਬਨਾਰਸ ਦੇ ਠੱਗ ਹੋ, ਕਿੱਡੀ ਵੱਡੀ ਚਪੇੜ ਹੈ। ਫਿਰ ਇੱਥੋਂ ਤੱਕ ਇਹ ਵੀ ਬਚਨ ਕਰ ਦਿੱਤੇ, ਕਹਿਣ ਲੱਗੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਜੇ ਤੂੰ ਬਾਕੀ ਬ੍ਰਾਹਮਣੀ ਦਾ ਜਾਇਆ, ਇਹ ਪਾਂਡੇ, ਇਹ ਬ੍ਰਾਹਮਣ, ਫਿਰ ਤੂੰ ਹੋਰ ਰਸਤੇ ਕਿਉਂ ਨਹੀਂ ਆਇਆ? ਜਿਸ ਰਸਤੇ ਤੋਂ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਉਸੇ ਹੀ ਰਸਤੇ ਵਿੱਚ ਤੂੰ ਆਇਆ। ਇਹ ਸਿੱਧੀ ਮੁੱਖ ਉੱਤੇ ਚਪੇੜ ਸੀ। ਤੇ ਭਗਤ ਰਵਿਦਾਸ ਸਾਹਿਬਾਨ ਜੀ ਨੇ ਵੀ ਇਸੇ ਤਰ੍ਹਾਂ ਹੀ ਗੁਰੂ ਸਵਾਰਿਓ ਇਹਨਾਂ ਨਾਲ ਮੁਕਾਬਲਾ ਕੀਤਾ। ਜਿਹੜੇ ਅਖੌਤੀ ਇਹ ਪੰਡਤ ਸਨ, ਜਿਨ੍ਹਾਂ ਜਾਤ ਦਾ ਅਪਮਾਨ ਸੀ, ਤੇ ਇਹਨਾਂ ਦਾ ਮਾਣ ਗੁਰਬਾਣੀ ਦੇ ਸ਼ਬਦਾਂ ਨਾਲ ਹੀ ਭਗਤ ਜੀ ਨੇ ਤੋੜਨਾ ਕੀਤਾ। ਕਿਉਂਕਿ
ਆਪਾਂ ਜੇ ਵਿਚਾਰ ਕੇ ਦੇਖੀਏ, ਉਦੋਂ ਸਮਾਂ ਇਹੋ ਜਿਹਾ ਸੀ, ਸ਼ੂਦਰ ਨੂੰ ਵਿੱਦਿਆ ਪੜ੍ਹਨ ਦਾ ਅਧਿਕਾਰ ਨਹੀਂ ਸੀ। ਸ਼ੂਦਰ ਨਾਮ ਨਹੀਂ ਜਪ ਸਕਦਾ ਸੀ, ਸ਼ੂਦਰ ਧਾਰਮਿਕ ਗ੍ਰੰਥ ਨਹੀਂ ਪੜ੍ਹ ਸਕਦਾ ਸੀ ਅਤੇ ਵਿੱਦਿਆ ਨਹੀਂ ਪੜ੍ਹ ਸਕਦਾ ਸੀ। ਪਰ ਜਦੋਂ ਆਪਾਂ ਭਗਤ ਕਬੀਰ ਸਾਹਿਬਾਨ, ਭਗਤ ਰਵਿਦਾਸ ਸਾਹਿਬਾਨ ਜੀ ਦੀ ਬਾਣੀ ਪੜ੍ਹਦੇ ਹਾਂ ਅਤੇ ਐਡੇ ਵੱਡੇ ਇਹ ਵਿਦਵਾਨ ਹੋਏ ਨੇ। ਇੱਕ ਪਾਸੇ ਵਿੱਦਿਆ ਪੜ੍ਹਨ ਤੋਂ ਰੋਕ ਲਾਈ ਹੋਈ ਸੀ, ਦੂਜੇ ਪਾਸੇ ਐਡੇ ਵੱਡੇ ਇਹ ਵਿਦਵਾਨ ਹੋਏ ਕਿ ਇਹਨਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ 40 ਸ਼ਬਦ ਭਗਤ ਰਵਿਦਾਸ ਸਾਹਿਬਾਨ ਜੀ ਦਰਜ ਹਨ, ਜਿਸ ਬਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਅਤੇ ਇਸ ਤਰ੍ਹਾਂ ਗੁਰੂ ਸਵਾਰਿਓ ਇੱਕ ਨਵਾਂ ਇਨਕਲਾਬ ਇਹਨਾਂ ਦੋਨਾਂ ਭਗਤਾਂ ਨੇ ਸੰਸਾਰ ਦੇ ਵਿੱਚ ਲਿਆਣਾ ਕੀਤਾ। ਅਤੇ ਭਗਤ ਰਵਿਦਾਸ ਸਾਹਿਬਾਨ ਜੀ ਦਾ ਜਿਹੜਾ ਜਨਮ ਹੈ 1370 ਦੇ ਵਿੱਚ ਬਨਾਰਸ ਦੀ ਧਰਤੀ 'ਤੇ ਹੋਇਆ। ਭਗਤ ਜੀ ਦੇ ਸਤਿਕਾਰਯੋਗ ਪਿਤਾ ਜੀ ਬਾਬਾ ਸੰਤੋਖ ਦਾਸ ਜੀ ਅਤੇ ਮਾਤਾ ਦਾ ਨਾਮ ਹੈ ਮਾਤਾ ਕਲਸਾ ਦੇਵੀ ਜੀ, ਅਤੇ ਇਹਨਾਂ ਦੀ ਧਾਰਮਿਕ ਪਤਨੀ ਜਿਹਦਾ ਨਾਮ ਹੈ ਬੀਬੀ ਲੋਨਾ ਦੇਵੀ, ਅਤੇ ਇੱਕ ਇਹਨਾਂ ਦਾ ਅੱਗੇ ਪੁੱਤਰ ਹੋਇਆ ਜਿਹਦਾ ਨਾਮ ਹੈ ਵਿਜੇ ਨਾਥ। ਵਿਜੇ ਦਾਸ ਕੀ ਇਹਨਾਂ ਵਿਜੇ ਨਾਥ ਲਿਖਣਾ ਕੀਤਾ ਹੈ। ਇਹ ਪਰਿਵਾਰ ਦਾ ਜਿਹੜਾ ਹੈ, ਭਗਤ ਜੀ ਦੇ ਜਿਹੜਾ ਪਰਿਵਾਰ ਹੈ ਉਹਦੇ ਬਾਬਤ ਇਤਿਹਾਸਕਾਂ ਨੇ ਲਿਖਣਾ ਕੀਤਾ ਹੈ। ਹੁਣ ਭਗਤ ਰਵਿਦਾਸ ਸਾਹਿਬਾਨ ਜੀ ਬਚਪਨ ਤੋਂ ਵਿੱਚ ਹੀ ਜੋ ਪਿਤਾ ਪੁਰਖੀ ਧੰਦਾ ਸੀ, ਕਿਉਂਕਿ ਨੀਵੀਂ ਜਾਤ ਜਿਹਨੂੰ ਚਮਿਆਰ ਜਾਤੀ ਆਖਿਆ ਜਾਂਦਾ ਹੈ, ਅਤੇ ਮਨੁੱਖ ਅੱਜ ਕੱਲ੍ਹ ਆਪਣੀ ਜਾਤੀ ਨੂੰ ਛੁਪਾਉਂਦਾ, ਪਰ ਭਗਤ ਰਵਿਦਾਸ ਸਾਹਿਬਾਨ ਜੀ ਨੇ ਆਪਣੀ ਜਾਤੀ ਨੂੰ ਛੁਪਾਉਣਾ ਨਹੀਂ ਕੀਤਾ। ਗੁਰਬਾਣੀ ਵਿੱਚ ਖੁਦ ਆਖਣਾ ਕੀਤਾ, ਕਹਿੰਦੇ ਨੇ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਅਤੇ ਆਪਣੇ ਆਪ ਨੂੰ ਦੱਸਿਆ ਕਿ ਮੈਂ ਚਮਿਆਰ ਜਾਤੀ ਵਿੱਚ ਹਾਂ। ਅਤੇ ਗੁਰੂ ਸਵਾਰੇ ਇਸ ਤਰ੍ਹਾਂ ਪਰਮੇਸ਼ਰ ਦੀ ਇਬਾਦਤ ਕਰਦੇ ਬਚਪਨ ਦੇ ਵਿੱਚ ਹੀ, ਅਤੇ ਪਿਤਾ ਪੁਰਖੀ ਧੰਦਾ ਅਪਣਾ ਰਹੇ ਹਨ। ਦਾਨੀ ਸੁਭਾਅ ਵਾਲੇ ਸੀ। ਜੇਕਰ ਕੋਈ ਗਰੀਬ ਲੋੜਵੰਦ ਚੱਲ ਕੇ ਆਉਂਦਾ ਏ ਤਾਂ ਉਹਦੀ ਮਦਦ ਕਰਨੀ, ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣਾ। ਇੱਥੋਂ ਤੱਕ ਕਹਿੰਦੇ ਨੇ ਜੇਕਰ ਕੋਈ ਗੁਰਮੁਖ ਪਿਆਰਾ, ਰੱਬ ਦਾ ਪਿਆਰਾ ਭਜਨੀਕ ਪੁਰਸ਼, ਬੰਦਗੀ ਕਰਨ ਵਾਲੇ ਸਾਧੂ ਸੰਤ ਮਹਾਤਮ ਇਹਨਾਂ ਕੋਲ ਆਉਂਦੇ ਨੇ, ਜੋੜੇ ਗੰਢਦੇ ਹਨ, ਜੁੱਤੀਆਂ ਬਣਾਉਂਦੇ ਹਨ। ਕਿਸੇ ਕੋਲ ਪਹਿਨਣ ਲਈ ਜੋੜਾ ਨਹੀਂ ਹੈ ਅਤੇ ਜੋੜਾ ਆਪਣੇ ਹੱਥੀਂ ਤਿਆਰ ਕਰਕੇ ਉਹਨੂੰ ਫ੍ਰੀ ਦੇ ਦੇਣਾ, ਅਤੇ ਇਸ ਤਰ੍ਹਾਂ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰੀ ਜਾਣਾ। ਸਮਾਂ ਲੰਘਦਾ ਗਿਆ। ਜਦੋਂ ਮਾਤਾ ਪਿਤਾ ਨੇ ਦੇਖਿਆ ਕਿ ਸਾਡਾ ਜਿਹੜਾ ਇਹ ਪੁੱਤਰ ਹੈ, ਇਹ ਤਾਂ ਜਿੰਨਾ ਵੀ ਘਰ ਦਾ ਸਾਜੋ ਸਮਾਨ ਹੈ ਇਹ ਲਟਾਈ ਜਾ ਰਿਹਾ ਹੈ, ਇਹ ਬਿਲਕੁਲ ਵੀ ਇਹ ਸਾਂਭ ਕੇ ਨਹੀਂ ਰੱਖਦਾ ਹੈ। ਅਤੇ ਮਾਤਾ ਪਿਤਾ ਨੇ ਉਸ ਸਮੇਂ ਘਰ ਤੋਂ ਬਾਹਰ ਇੱਕ ਛਪਰੀ ਇਹਨੂੰ ਤਿਆਰ ਕੀਤੀ ਹੈ। ਉੱਥੇ ਭਗਤ ਜੀ ਨੂੰ ਕਹਿ ਦਿੱਤਾ ਕਿ ਹੁਣ ਤੁਸੀਂ ਆਪਣਾ ਕਮਾਣਾ ਕਰੋ, ਆਪਣਾ ਖਾਵੋ, ਅਤੇ ਇਸ ਤਰ੍ਹਾਂ ਆਪਣੇ ਜੀਵਨ ਦਾ ਨਿਰਵਾਹ ਕਰਨ ਲੱਗੇ। ਜਿੱਥੇ ਭਗਤ ਰਵਿਦਾਸ ਸਾਹਿਬਾਨ ਜੀ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਨੇ, ਪ੍ਰਭੂ ਭਗਤੀ ਵਿੱਚ ਲੀਨ ਹਨ, ਅਤੇ ਉੱਥੇ ਇਹਨਾਂ ਦੀ ਜਿਹੜੀ ਧਾਰਮਿਕ ਸਪਤਨੀ ਹੈ ਬੀਬੀ ਲੋਨਾ, ਉਹ ਵੀ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਹਨ। ਇਹਨਾਂ ਦੇ ਜੀਵਨ ਦੀਆਂ ਜੋ ਆਪਾਂ ਗਥਾਵਾਂ ਪੜ੍ਹਦੇ ਹਾਂ, ਕਹਿੰਦੇ ਇੱਕ ਦਿਨ ਪਰਮੇਸ਼ਰ ਦੀ ਬੰਦਗੀ ਵਿੱਚ ਐਸੇ ਲੀਨ ਹੋਏ, ਪ੍ਰਭੂ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰ ਰਹੇ ਹਨ। ਗੁਣ ਗਾਇਨ ਕਰਦਿਆਂ ਉਸ ਅਵਸਥਾ ਤੱਕ ਪਹੁੰਚ ਗਏ ਜਦੋਂ ਪਰਮੇਸ਼ਰ ਨਾਲ ਬਿਲਕੁਲ ਇੱਕਮਿਕ ਹੋ ਗਏ। ਇੱਕਮਿਕ ਹੋਏ, ਵਾਹਿਗੁਰੂ ਦੇ ਦਰਸ਼ਨ ਦੀਦਾਰੇ ਹੋਏ, ਅਤੇ ਉਸ ਅਕਾਲ ਪੁਰਖ ਦੇ ਦਰਸ਼ਨ ਦੀਦਾਰੇ ਕੀਤੇ, ਅਤੇ ਦਰਸ਼ਨ ਦੀਦਾਰੇ ਕਰਕੇ ਅਤੇ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਬਾਤਾਂ ਕਰਨ ਲੱਗੇ। ਵਾਹਿਗੁਰੂ ਦੇ ਨਾਲ ਅਕਾਲ ਪੁਰਖ ਗੱਲਾਂ ਬਾਤਾਂ ਕਰਦੇ ਨੇ। ਪਰਮੇਸ਼ਰ ਨੂੰ ਕਹਿਣ ਲੱਗੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ,
ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੰਤਾ। ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ। ਸਰੀਰ ਅਰਾਧੈ ਮੋਕੋ ਵਿਚਾਰ ਦੇਹੂ, ਰਬਦਾਸ ਸਮਦਲ ਸਮਝਾਵੈ ਕੋ। ਹੁਣ ਭਗਤ ਰਵਿਦਾਸ ਸਾਹਿਬਾਨ ਜੀ ਨੇ ਇਹ ਬਚਨ ਕੀਤਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਿ ਪਰਮੇਸ਼ਰ ਤੇਰੇ ਵਿੱਚ ਤੇ ਮੇਰੇ ਵਿੱਚ ਕੀ ਅੰਤਰ ਹੈ। ਜਿਵੇਂ ਜਲ ਤਰੰਗ ਨਦੀ ਦੀਆਂ ਸਮੁੰਦਰ ਦੀਆਂ ਲਹਿਰਾਂ ਨੇ, ਤਰੰਗਾਂ ਨੇ, ਤੇ ਜਿਸ ਤਰ੍ਹਾਂ ਸੋਨਾ ਤੇ ਸੋਨੇ ਦੇ ਗਹਿਣੇ ਹਨ, ਇਸੇ ਤਰ੍ਹਾਂ ਅੰਤਰ ਹੈ। ਕਿਉਂਕਿ ਹੈ ਤਾਂ ਜਿਹੜੀਆਂ ਲਹਿਰਾਂ ਉੱਠਦੀਆਂ ਨੇ ਹਵਾ ਚੱਲਣ ਦੇ ਨਾਲ, ਹੁੰਦਾ ਤਾਂ ਪਾਣੀ ਹੈ। ਜਦੋਂ ਉਹ ਵੱਖਰੀਆਂ ਹੁੰਦੀਆਂ ਨੇ, ਆਪਾਂ ਕਹਿੰਦੇ ਸਮੁੰਦਰ ਦੀਆਂ ਲਹਿਰਾਂ। ਤੇ ਜਦੋਂ ਇਸੇ ਤਰ੍ਹਾਂ ਗਹਿਣੇ ਜਿਹੜੇ ਸੋਨੇ ਦੇ ਗਹਿਣੇ ਬਣਾਏ ਜਾਂਦੇ ਨੇ, ਛਾਪ ਬਣਾ ਲਈ, ਵਾਲੀਆਂ ਬਣਾਉਣਾ ਕੀਤੀਆਂ, ਹਾਰ ਬਣਾਏ, ਇਤਿਆਦਿਕ ਜੋ ਕੁਝ ਵੀ ਹੈ, ਤੇ ਉਹਨਾਂ ਨੂੰ ਗੁਰੂ ਸਾਹਿਬ ਆਪਾਂ ਕਹਿੰਦੇ ਆਹ ਸੋਨੇ ਦਾ ਕੜਾ, ਸੋਨੇ ਦੀ ਵਾਲੀ, ਸੋਨੇ ਦੀ ਛਾਪ ਆਪਾਂ ਇਸ ਤਰ੍ਹਾਂ ਆਖਦੇ ਹਾਂ, ਪਰ ਹੁੰਦਾ ਸੋਨਾ ਹੈ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਪਰਮਾਤਮਾ ਤੇਰੇ ਵਿੱਚ ਤੇ ਮੇਰੇ ਵਿੱਚ ਬਸ ਇਹੀ ਫਰਕ ਹੈ। ਕਨਕ ਕਟਕ ਜਲ ਜਲ ਤਰੰਗ ਜੈਸਾ, ਕਹਿੰਦੇ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਹਨ। ਜੋ ਪੈ ਹਮ ਨ ਪਾਪ ਕਰੰਤਾ, ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੰਤਾ। ਕਹਿੰਦੇ ਨੇ ਹੇ ਪਰਮੇਸ਼ਰ, ਤੈਨੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਆਖਿਆ ਜਾਂਦਾ ਹੈ। ਤੈਨੂੰ ਇਹ ਆਖਿਆ ਜਾਂਦਾ ਕਿਹੜਾ ਪਰਮੇਸ਼ਰ ਜਿਹੜਾ ਹੈ ਕਿਰਪਾ ਨਿਧਾਨ ਹੈ, ਪਤਿਤ ਪਾਵਨ ਹੈ, ਭਗਤ ਬਛਲ ਹੈ, ਤੇਰੇ ਇਹ ਨਾਮ ਰੱਖੇ ਹੋਏ ਨੇ। ਪਰ ਪਰਮਾਤਮਾ ਇੱਕ ਗੱਲ ਦਾ ਮੈਨੂੰ ਜਵਾਬ ਦੇਣਾ ਕਰ, ਜੇਕਰ ਸਾਡੇ ਜੈਸੇ ਜੀਵ ਪਾਪ ਨਹੀਂ ਕਰਦੇ ਸੰਸਾਰ ਵਿੱਚ ਆ ਕੇ, ਸਾਡੇ ਜੈਸੇ ਜੀਵ ਪਾਪ ਨਹੀਂ ਸੰਸਾਰ ਵਿੱਚ ਆ ਕੇ ਕਰਦੇ, ਫਿਰ ਇਹ ਦੱਸਣਾ ਕਰੋ ਫਿਰ ਤੁਹਾਡਾ ਪਤਿਤ ਪਾਵਨ ਨਾਮ ਕੈਸੇ ਹੰਤਾ। ਤੁਹਾਡਾ ਜਿਹੜਾ ਨਾਮ ਹੈ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਿਵੇਂ ਹੋ ਸਕਦਾ ਸੀ। ਭਾਵ ਨਹੀਂ ਹੋ ਸਕਦਾ। ਜੇ ਅਸੀਂ ਪਾਪ ਕਰ ਰਹੇ ਹਾਂ ਫਿਰ ਤੁਸੀਂ ਨਾਮ ਜਪਾਉਂਦੇ ਹੋ, ਅਤੇ ਨਾਮ ਜਪ ਕੇ ਹੀ ਅਸੀਂ ਪਵਿੱਤਰ ਹੋ ਰਹੇ ਹਾਂ। ਹੁਣ ਗੁਰੂ ਸਵਾਰੇ ਇਹ ਬਚਨ ਭਗਤ ਰਵਿਦਾਸ ਸਾਹਿਬਾਨ ਜੀ ਨੇ ਕਾਂਛੀ ਦੀ ਪੁਰੀ ਵਿੱਚ ਜਦੋਂ ਇਹ ਬਚਨ ਕੀਤੇ ਨੇ, ਅੱਗ ਵਾਂਗੂ ਇਹ ਬਚਨ ਸਾਰੀਆਂ ਥਾਵਾਂ 'ਤੇ ਫੈਲੇ ਨੇ। ਪਰਮੇਸ਼ਰ ਨੂੰ ਆਖਣਾ ਕੀਤਾ ਕਿ ਪਰਮੇਸ਼ਰ ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਇਹੀ ਹੈ ਕਿ ਤੂੰ ਨਿਰਗੁਣ ਸਰੂਪ ਹੈ ਅਤੇ ਅਸੀਂ ਸਰਗੁਣ ਸਰੂਪ। ਜਿੰਨੇ ਵੀ ਜੀਵ ਹਨ ਆਪਾਂ ਸਾਰੇ ਸਰਗੁਣ ਸਰੂਪ ਹਨ। ਅਤੇ ਅੱਗ ਵਾਂਗੂ ਇਹ ਗੱਲ ਪਾਂਡਿਆਂ ਤੱਕ ਪਹੁੰਚੀ ਹੈ ਕਿ ਰਵਿਦਾਸ ਪਰਮੇਸ਼ਰ ਦੀ ਬਰੋਬਰਤਾ ਕਰਦਾ ਹੈ। ਰਵਿਦਾਸ ਕਹਿ ਰਿਹਾ ਤੇ ਪਰਮੇਸ਼ਰ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਕਹਿੰਦੇ ਨੇ ਉਸ ਸਮੇਂ ਇਹਨਾਂ ਨੇ ਅੱਗ ਬਬੂਲੇ ਹੋ ਕੇ ਇਹਨਾਂ ਨੇ ਜਿਹੜਾ ਮੌਕੇ ਦਾ ਰਾਜਾ ਸੀ, ਰਾਜੇ ਕੋਲ ਜਾ ਕੇ ਸ਼ਿਕਾਇਤ ਵੀ ਕੀਤੀ ਸੀ। ਸ਼ਿਕਾਇਤ ਕੀਤੀ ਅਤੇ ਉੱਥੇ ਜਦੋਂ ਵਿਚਾਰ ਚਰਚਾ ਹੋਈ ਅਤੇ ਵਿਚਾਰ ਚਰਚਾ ਦੇ ਵਿੱਚ ਭਗਤ ਰਵਿਦਾਸ ਸਾਹਿਬਾਨ ਜੀ ਜਿੱਤ ਹੋਈ ਸੀ। ਇੱਥੋਂ ਤੱਕ ਤੇ ਗੁਰੂ ਸਵਾਰੇ ਇਹਨਾਂ ਪਾਂਡੇ ਲੋਕਾਂ ਨੇ ਇੱਕ ਵਾਰੀ ਸਾਰੇ ਇਕੱਤਰ ਹੋਏ। ਇਕੱਤਰ ਹੋ ਕੇ ਭਗਤ ਰਵਿਦਾਸ ਸਾਹਿਬਾਨ ਜੀ ਕੋਲ ਆ ਗਏ ਅਤੇ ਭਗਤ ਜੀ ਨੂੰ ਆਖਣ ਲੱਗੇ ਕਿ ਦੇਖੋ ਜੀ, ਤੁਸੀਂ ਨੀਵੀਂ ਜਾਤ ਵਿੱਚ ਤੁਹਾਡਾ ਜਨਮ ਹੋਇਆ ਹੈ ਅਤੇ ਤੁਹਾਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਹੈ। ਤੁਸੀਂ ਨਾਮ ਨਹੀਂ ਜਪ ਸਕਦੇ ਹੋ। ਇਸ ਕਰਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨੀ ਛੱਡ ਦਿਓ। ਇਹ ਨਾਮ ਜਪਣਾ, ਨਾਮ ਜਪਾਣਾ ਇਹ ਬਾਹਮਣ ਲੋਕਾਂ ਦਾ ਕੰਮ ਹੈ, ਤੁਹਾਡਾ ਕੰਮ ਨਹੀਂ ਹੈ। ਅਤੇ ਭਗਤ ਰਵਿਦਾਸ ਸਾਹਿਬਾਨ ਅੱਗੋਂ ਉੱਤਰ ਦੇਣਾ ਕੀਤਾ, ਕਹਿਣ ਲੱਗੇ ਇਹ ਪਾਂਡੇ ਲੋਕੋ, ਪਰਮੇਸ਼ਰ ਕਿਸੇ ਇੱਕ ਮਜ਼ਹਬ ਦਾ ਨਹੀਂ, ਇੱਕ ਜਾਤੀ ਦਾ ਨਹੀਂ ਹੈ।
ਇਹ ਜਿੰਨੀਆਂ ਵੀ ਵਰਨ ਵੰਡ ਤੁਸੀਂ ਲੋਕਾਂ ਨੇ ਪਾਣਾ ਕੀਤੀ ਹੈ, ਪਰਮੇਸ਼ਰ ਨੇ ਤਾਂ ਕੇਵਲ ਸੰਸਾਰ ਦੇ ਵਿੱਚ ਇੱਕ ਮਨੁੱਖ ਪੈਦਾ ਕੀਤਾ ਸੀ, ਬੰਦਾ ਪੈਦਾ ਕੀਤਾ ਸੀ, ਅਤੇ ਬੰਦੇ ਨੂੰ ਆਖ ਦਿੱਤਾ ਕਿ ਤੂੰ ਬੰਦਗੀ ਕਰ। ਉਹਨੇ ਕੋਈ ਜਾਤ ਪਾਤ ਨਹੀਂ ਬਣਾਉਣਾ ਕੀਤੀ। ਇਹ ਜਿੰਨੀਆਂ ਵੀ ਜਾਤਾਂ ਜੀਵ ਦੇ ਕਿੱਤੇ ਦੇਖ ਕੇ, ਇਹ ਜਾਤਾਂ ਪਾਤਾਂ ਸਾਰੀਆਂ ਹੀ ਅਸਲ ਵਿੱਚ ਇਹ ਮਨੁੱਖ ਦੀਆਂ ਬਣਾਈਆਂ ਹੋਈਆਂ ਨੇ। ਤੇ ਭਗਤ ਜੀ ਕਹਿਣ ਲੱਗੇ ਕਿ ਇਸ ਕਰਕੇ ਇਹ ਨਹੀਂ ਹੈ ਕਿ ਤੁਹਾਡਾ ਇਕੱਲਿਆਂ ਦਾ ਪਰਮੇਸ਼ਰ ਨਹੀਂ, ਪਰਮੇਸ਼ਰ ਸਾਰਿਆਂ ਦਾ। ਇਹ ਨਹੀਂ ਕਿ ਇਕੱਲਿਆਂ ਮਨੁੱਖਾਂ ਦਾ ਹੈ। ਜਿੰਨੀਆਂ ਵੀ 84 ਲੱਖ ਜੂਨਾਂ ਨੇ, 84 ਲੱਖ ਜੂਨਾਂ ਦਾ ਮਾਲਕ ਪਰਮੇਸ਼ਰ ਹੀ ਹੈ। ਉਹ ਸਾਰਿਆਂ ਦਾ ਸਾਂਝਾ ਹੈ। ਇਸ ਕਰਕੇ ਤੁਸੀਂ ਮੈਨੂੰ ਕੌਣ ਹੁੰਦੇ ਰੋਕਣ ਵਾਲੇ ਕਿ ਪਰਮੇਸ਼ਰ ਦਾ ਨਾਮ ਜਪਣਾ ਛੱਡ ਦਿਓ। ਕਹਿੰਦੇ ਅੱਗ ਬਬੂਲੇ ਹੋਏ। ਅੱਗ ਬਬੂਲੇ ਹੋ ਕੇ ਇਹਨਾਂ ਨੇ ਭਗਤ ਰਵਿਦਾਸ ਸਾਹਿਬਾਨ ਜੀ ਦੇ ਉੱਤੇ ਡਾਂਗਾ ਸੋਟੀਆਂ ਚੁੱਕਣਾ ਕੀਤੀਆਂ, ਪਰ ਬੇਪਰਵਾਹ ਹੋ ਕੇ ਭਗਤ ਰਵਿਦਾਸ ਸਾਹਿਬਾਨ ਜੀ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਰਹੇ, ਬਿਲਕੁਲ ਪਰਵਾਹ ਨਹੀਂ ਕੀਤੀ। ਇਸ ਤਰ੍ਹਾਂ ਉਸ ਮਾਲਕ ਦੀ ਇਬਾਦਤ ਕਰਦੇ ਹਨ। ਬਹੁਤ ਸਾਰੀਆਂ ਘਟਨਾਵਾਂ ਇਹਨਾਂ ਦੇ ਜੀਵਨ 'ਚ ਵਰਤੀਆਂ ਨੇ। ਜਿਵੇਂ ਕਹਿੰਦੇ ਨੇ, ਜਦੋਂ ਭਗਤ ਰਵਿਦਾਸ ਸਾਹਿਬਾਨ ਜੀ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਇਹਨਾਂ ਦੀ ਮਹਿਮਾ ਵਡਿਆਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜਿੱਥੇ ਕਾਂਚੀ ਦੇ ਵਿੱਚ ਰਹਿਣ ਵਾਲੇ ਲੋਕ ਭਗਤ ਰਵਿਦਾਸ ਸਾਹਿਬਾਨ ਜੀ ਕੋਲ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੇ ਸਨ, ਉੱਥੋਂ ਜੋ ਬਾਹਰਲੇ ਇਲਾਕਿਆਂ ਦੇ ਲੋਕ ਨੇ, ਪਿੰਡਾਂ ਦੇ ਲੋਕ ਹਨ, ਉਹ ਵੀ ਇਕੱਤਰ ਹੋ ਕੇ ਜਿੱਥੇ ਕਾਂਚੀ ਦੀ ਪੁਰੀ ਦੇ ਦਰਸ਼ਨ ਦੀਦਾਰੇ ਕਰਦੇ ਨੇ, ਉੱਥੇ ਪਾਂਡੀਆਂ ਨੂੰ ਛੱਡ ਕੇ ਭਗਤ ਰਵਿਦਾਸ ਸਾਹਿਬਾਨ ਜੀ ਮਹਾਰਾਜ ਕੋਲ ਆਉਂਦੇ ਨੇ। ਇਹਨਾਂ ਦੇ ਦਰਸ਼ਨ ਦੀਦਾਰੇ ਕਰਨੇ, ਇਹਨਾਂ ਪਾਸੋਂ ਉਪਦੇਸ਼ ਲੈਣਾ ਅਤੇ ਨਾਮ ਜਪਣਾ, ਬੰਦਗੀ ਕਰਨੀ, ਇਸ ਦਾ ਆਪਣੇ ਜੀਵਨ ਦਾ ਨਿਰਵਾਹ ਕਰਦੇ ਸਨ। ਇੱਕ ਦਿਨ ਭਗਤ ਰਵਿਦਾਸ ਸਾਹਿਬਾਨ ਜੀ ਆਕਾਸ਼ ਦੀ ਨੀਲੀ ਛੱਤ ਥੱਲੇ ਬੈਠੇ ਨੇ ਅਤੇ ਪਰਮੇਸ਼ਰ ਦੀ ਬੰਦਗੀ ਕਰ ਰਹੇ ਹਨ। ਇੱਕ ਸ਼ਾਹੂਕਾਰ ਨੇ ਭਗਤ ਰਵਿਦਾਸ ਸਾਹਿਬਾਨ ਜੀ ਦੀ ਮਹਿਮਾ ਵਡਿਆਈ ਸੁਣੀ। ਵਡਿਆਈ ਸੁਣ ਕੇ ਮਨ ਵਿੱਚ ਇਹ ਵਿਚਾਰ ਆਈ ਕਿ ਮਨਾ ਮੈਂ ਵੀ ਭਗਤ ਰਵਿਦਾਸ ਸਾਹਿਬਾਨ ਜੀ ਦੇ ਜਾ ਕੇ ਦਰਸ਼ਨ ਦੀਦਾਰੇ ਕਰਨਾ ਕਰਾਂ। ਭਗਤ ਜੀ ਕੋਲ ਪਹੁੰਚਾਂ ਅਤੇ ਭਗਤ ਜੀ ਦੇ ਪਾਸੋਂ ਮੈਂ ਨਾਮ ਲਵਾਂ ਅਤੇ ਨਾਮ ਜਪ ਕੇ ਮੇਰਾ ਵੀ ਪਾਰ ਉਤਾਰਾ ਹੋਵੇਗਾ। ਕਿਉਂਕਿ ਜ਼ਿੰਦਗੀ ਦੇ ਵਿੱਚ ਵਿਚਰਦੇ ਧਨ ਸੰਪਦਾ ਦੀ ਮੈਨੂੰ ਕਮੀ ਨਹੀਂ ਹੈ। ਸ਼ਾਹੂਕਾਰ ਆਪਣੇ ਮਨ ਨਾਲ ਵਿਚਾਰਾ ਕਰਦਾ ਕਿ ਮੇਰੇ ਕੋਲ ਇੰਨਾ ਧਨ ਹੈ ਕਿ ਗਿਣਿਆ ਨਹੀਂ ਜਾ ਸਕਦਾ ਹੈ। ਨੌਕਰ ਚਾਕਰ ਨੇ, ਸੇਵਕਾਣੀਆਂ ਹਨ, ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ। ਇੰਨਾ ਕੁਝ ਹੁੰਦਿਆਂ ਹੋਇਆਂ ਵੀ ਅਤੇ ਮੇਰਾ ਫਰਜ਼ ਬਣਦਾ ਕਿ ਪਰਮਾਤਮਾ ਦਾ ਧੰਨਵਾਦ ਕਰਾਂ, ਅਤੇ ਪਰਮਾਤਮਾ ਦੀ ਇਬਾਦਤ ਕਰਨ ਦੇ ਲਈ ਪਹਿਲਾਂ ਮੈਨੂੰ ਨਾਮ ਦੀ ਦਾਤ ਲੈਣੀ ਪਵੇਗੀ। ਜੇ ਮੈਂ ਹੁਣ ਕਾਂਛੀ ਦੀ ਪੁਰੀ ਦੀ ਗੱਲ ਕਰਾਂ, ਅਤੇ ਕਾਂਛੀ ਦੀ ਪੁਰੀ ਦੇ ਵਿੱਚ ਜੇ ਪਾਂਡਿਆਂ ਕੋਲ ਜਾਵਾਂ, ਪਾਂਡਿਆਂ ਪਾਸੋਂ ਨਾਮ ਦੀ ਦਾਤ ਮੰਗਾਂ, ਇਹ ਜਿੰਨੇ ਵੀ ਪੰਡਿਤ ਲੋਕ ਨੇ ਇਹ ਸਾਰੇ ਲਾਲਚੀ ਹਨ। ਲਾਲਚ ਵਸ ਹੋ ਕੇ ਜੀਵਾਂ ਦਾ ਘਾਣ ਕਰਦੇ ਨੇ। ਇਹਨਾਂ ਕੋਲ ਇਹ ਆਪ ਨਹੀਂ ਨਾਮ ਜਪਦੇ। ਜਿਹੜੇ ਆਪ ਨਹੀਂ ਜਪਦੇ, ਦੂਜਿਆਂ ਨੂੰ ਇਹ ਨਾਮ ਦੀ ਦਾਤ ਕਿਵੇਂ ਦੇ ਸਕਦੇ ਨੇ। ਕਹਿੰਦੇ ਇਸ ਵਿਚਾਰ ਅਧੀਨ ਇਹ ਫਿਰ ਭਗਤ ਰਵਿਦਾਸ ਸਾਹਿਬਾਨ ਜੀ ਕੋਲ ਆਇਆ। ਭਗਤ ਰਵਿਦਾਸ ਸਾਹਿਬਾਨ ਜੀ ਕੋਲ ਕਹਿੰਦੇ ਨੇ ਨੇ ਉਸ ਸਮੇਂ ਆ ਕੇ ਕੁਝ ਕੁ ਮਾਇਆ ਅਰਪਣ ਕੀਤੀ ਹੈ ਅਤੇ ਹੱਥ ਜੋੜ ਕੇ ਮੱਥਾ ਟੇਕਿਆ। ਕਹਿਣ ਲੱਗੇ ਕਿ ਭਗਤ ਰਵਿਦਾਸ ਸਾਹਿਬਾਨ ਜੀ, ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਦੇਣਾ ਕਰੋ। ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਜੁੱਤੀਆਂ ਗੰਢ ਰਹੇ ਸਨ। ਜਿਹੜਾ ਚਮੜੇ ਦਾ ਗੰਧਲਾ ਪਾਣੀ ਸੀ ਨਾ, ਉਸ ਪਾਣੀ ਨੂੰ ਭਗਤ ਜੀ ਨੇ ਆਪਣੇ ਬੁੱਕ ਵਿੱਚ ਭਰਿਆ ਹੋਇਆ। ਇਸ ਤਰ੍ਹਾਂ ਬੁੱਕ ਭਰਦੇ ਨੇ, ਫਿਰ ਉਹਨੂੰ ਉਸ ਬਰਤਨ ਵਿੱਚ ਪਾਉਂਦੇ ਨੇ। ਜਦੋਂ ਇਹਨੇ ਆਖਿਆ ਕਿ ਮੈਨੂੰ ਨਾਮ ਦੀ ਦਾਤ ਦੇਣਾ ਕਰੋ, ਅਤੇ ਭਗਤ ਰਵਿਦਾਸ ਸਾਹਿਬਾਨ ਚੁੱਪ ਰਹੇ। ਦੂਜੀ ਵਾਰੀ ਫਿਰ ਆਖਿਆ ਕਿ ਭਗਤ ਜੀ
मेरे उत्ते किरपा करो, रहमत करो, मैनू नाम की दात देना करो। तो सतगुरु रविदास जी फिर गुरु से चुप रहे ने। जो तीजी वारी आख्या ना तो भागत जी ने फिर कहते वो जो जल का बुक भर के कहते लै पाई ये छकना कर। जदों ये आख्या तो गुरु सवारियो हथ विच वो अमृत लिया, पर मन विच गिलान पैदा हो गई कि मैं तो भगत रविदास साहबान जी दे कोल नाम की दात लैण वास्ते आया सी, पर मेरे नाल कोझा मजाक भगत रविदास साहब ने कीता। ये गंधला पानी, चमड़े का पानी मैनू ये छकण लई आखना कीता है। तो कहते ने उस समय अपने हथ पिछां नूं कीते, पिछां नूं हथ करके ना जिहड़ा वो बुक भरिया होया सी बुक पानी का वो थल्ले सुट दिता ते सुटिया। तो मन में निराशता पैदा हुई, वापस मुड़ गया। मन च विचारां करदा कि मना मेरे नाल सतगुरु रविदास जी ने बड़ा धोखा किया, मेरा मजाक उड़ाना किया है। हुण जदों घर विच पहुंचिया, जिहड़े वस्त्र सन वस्त्र उतारना कीते, वस्त्र उतारे ते नौकराणी जिहड़ी सी वो वस्त्रां नूं साफ करन लगी, धोण लगी। जदों नौकराणी धोंदी है वस्त्रां नूं ते गुरु सवारियो जिहड़े वो चमड़े दे दाग ने वो दाग नहीं उखड़ रहे हैं, चमड़े दे दाग नहीं उखड़ रहे। तो नौकराणी फिर मन च विचार करदी कि मना जेकर ये वस्त्र नूं दाग लगे रह गए तो शाहूकार मैनू मारेगा, फिर तैनूं काम करना नहीं आउंदा, तैनूं वस्त्र धोने नहीं आउंदे। जेकर ये दाग लगे रह गए तो हो सकता है शाहूकार मैनूं नौकरी चों कढ़ सकता है। जे नौकरी चली गई, मेरे घर च बच्चे ने, मेरा परिवार है, तो बच्चे मेरे भुखे मरनगे, मैं किवें बच्चियां दी पालना पोषणा करांगी। कहते ने उस समय शाहूकार तो डरदी हुई उस सेवकाणी ने कहते उस वस्त्र नूं अपने दंदां विच लैके दंदां दे नाल कहते इस तरह रगड़न लग पई। दंदां नाल रगड़ रही है तो वो जिहड़ा रस सी वो अंदर गया ते आत्म अवस्था बदली ते किरपा हुई उस मालक दी। ते शाहूकार नूं जाके कहण, जिहड़ी पहलां कुछ समा मन च ये विचारां करदी सी कि मेरी नौकरी चली जाएगी, मैनूं शाहूकार मारेगा, मेरे बच्चे की खाणगे जे नौकरी चली गई। तो अज उही शाहूकार दे कोल जाके पहुंची, कहण लगी ऐ शाहूकार जी अज तो बाद मैं तुहाडी चाकरी नहीं करनी, तुहाडी नौकरी चाकरी नहीं करनी। शाहूकार कहण लगे हद हो, की गल हो गई तैनूं? पहलां मेरियां मिन्नतां तरले करदी सी कि मैनूं नौकरी ते रखना कर, मेरे परिवार दा गुजरान नहीं हो रहा है, हुण तेरे परिवार दा गुजरान हो रहा, मैं तैनूं तनख्वाह समय सिर दिंदा हाँ, ते अज तैनूं की हो गया? जे तैनूं पता जे नौकरी छड्ड दित्ती तेरे बच्चे भुखे मर जाणगे, तू भी भुखी मरेगी, तेरा गुजरान किवें होवेगा? उस सेवकाणी ने अगों उत्तर देना कीता, कहण लगी शाहूकार जी जिस परमेश्वर वाहिगुरू ने सानू पैदा किया ना, वो पालना पोषणा भी आप ही करता है। जिहड़ा तैनू दे रहा है वो मैनू भी देवेगा, तो मेरा दृढ़ विश्वास है। शाहूकार ने तो एक जिहड़ी अनपढ़ सी, जिन्हों ज्ञान नहीं सी, वस्त्र धोंदी सी, नौकराणी सी, उहदे पासों एक ज्ञान वाले वचन सुनना कीते। हैरान हो गया, कहण लग्या ये वचन तैनूं किहने याद कराना कीते ने? जदों तू निता प्रति आउंदी है, तेरे पासों अज तक एक भी चंगा वचन नहीं सुनना कीता, पर अज वाले बोल इस तरह दे हन
ਜਿਵੇਂ ਕੋਈ ਸੰਤ ਮਹਾਤਮਾ ਵਚਨ ਕਰਦਾ ਹੁੰਦਾ ਏ। ਕਹਿਣ ਲੱਗੀ ਕਿ ਸ਼ਾਹੂਕਾਰ ਜੀ, ਮੈਨੂੰ ਵੀ ਨਹੀਂ ਪਤਾ ਮੇਰੇ ਨਾਲ ਹੋਇਆ ਕੀ ਹੈ, ਪਰ ਹਾਂ ਜੋ ਮੇਰੇ ਨਾਲ ਘਟਨਾ ਵਾਪਰੀ ਹੈ ਮੈਂ ਦੱਸਦੀ ਹਾਂ ਕਿ ਤੇਰੇ ਵਸਤਰ ਮੈਂ ਧੋ ਰਹੀ ਸਾਂ ਤੇ ਵਸਤਰਾਂ ਦੇ ਉੱਤੇ ਦਾਗ ਪਿਆ ਹੋਇਆ ਸੀ। ਮੈਂ ਸਾਬਣ ਲਾ ਲਾ ਕੇ ਮਲ ਮਲ ਕੇ ਧੋਣਾ ਕੀਤਾ, ਪਰ ਉਹ ਵਸਤਰ ਸਾਫ਼ ਨਹੀਂ ਹੋਇਆ। ਤੇ ਤੋਂ ਡਰਦੀ ਹੋਈ ਮੈਂ ਉਸ ਦਾਗ ਨੂੰ ਖਤਮ ਕਰਨ ਦੰਦਾਂ ਦੇ ਨਾਲ ਚਬਾ ਕੇ ਰਗੜ ਕੇ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ। ਬਸ ਉਹ ਅੰਦਰ ਜਾਣ ਦੀ ਦੇਰੀ ਸੀ, ਮੇਰੇ ਅੰਦਰਲੇ ਕਪਾਟ ਖੁੱਲ੍ਹ ਗਏ। ਜਦੋਂ ਇਹ ਸ਼ਾਹੂਕਾਰ ਨੇ ਸੁਣਿਆ, ਵਸਤਰ ਦੇਖਿਆ ਕਿ ਤਾਂ ਉਹੀ ਵਸਤਰ ਹੈ ਜਿਹੜੇ ਵਸਤਰ ਪਹਿਨ ਕੇ ਮੈਂ ਭਗਤ ਰਵਿਦਾਸ ਸਾਹਿਬਾਨ ਜੀ ਦੇ ਕੋਲ ਗਿਆ ਸੀ। ਕਹਿੰਦੇ ਨੇ ਉਸ ਸਮੇਂ ਮਨ ਉੱਤੇ ਸੋਚਾਂ ਵਿੱਚ ਪੈ ਗਿਆ ਕਿ ਮਨਾ ਮੇਰੇ ਤੋਂ ਕਿੱਡੀ ਵੱਡੀ ਗਲਤੀ ਹੋਈ ਹੈ। ਕਹਿੰਦੇ ਉਸੇ ਸਮੇਂ ਦੂਸਰੇ ਦਿਨ ਇਹ ਤਿਆਰ ਬਰ ਤਿਆਰ ਹੋ ਕੇ ਭਗਤ ਰਵਿਦਾਸ ਸਾਹਿਬਾਨ ਜੀ ਦੇ ਕੋਲ ਪਹੁੰਚਿਆ। ਕਹਿਣ ਲੱਗੇ, ਭਗਤ ਜੀ ਮੇਰੇ ਉੱਤੇ ਕਿਰਪਾ ਕਰ। ਮੱਥਾ ਟੇਕਿਆ ਜਾ ਕੇ ਤੇ ਭਗਤ ਰਵਿਦਾਸ ਸਾਹਿਬਾਨ ਜੀ ਕਹਿਣ ਲੱਗੇ ਕਿ ਭਾਈ ਕਿਰਪਾ ਕੱਲ੍ਹ ਕੀਤੀ ਸੀ, ਪਰ ਤੂੰ ਕਿਰਪਾ ਦਾ ਅਧਿਕਾਰੀ ਨਹੀਂ ਬਣਿਆ। ਕਿਉਂਕਿ ਜਦੋਂ ਇਹਨੂੰ ਅੰਮ੍ਰਿਤ ਦਿੱਤਾ ਸੀ ਤੇ ਉਦੋਂ ਇਹਨੇ ਉਸ ਸਮੇਂ ਆਪਣਾ ਜਿਹੜਾ ਬੁੱਕ ਸੀ ਨਾ ਉਹ ਪਿਛਲੇ ਪਾਸੇ ਕਰਕੇ ਸਾਰਾ ਜਲ ਸੁੱਟਣਾ ਕੀਤਾ ਸੀ। ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਨੇ ਇਸ ਗੱਲ ਦੀ ਗਵਾਹੀ ਦੇਣਾ ਕੀਤੀ ਹੈ ਕਿ ਕਰਮੈ ਅੰਮ੍ਰਿਤ ਆਨ ਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਕਰ ਦਾ ਅਰਥ ਹੈ ਹੱਥ, ਹੱਥਾਂ ਦੇ ਵਿੱਚ ਅੰਮ੍ਰਿਤ ਆਇਆ। ਕਹਿੰਦੇ ਪਰ ਉਸ ਅੰਮ੍ਰਿਤ ਨੂੰ ਕਹਿੰਦੇ ਜਦੋਂ ਮਨ 'ਚ ਗਿਲਾਨ ਪੈਦਾ ਹੋਈ ਤੇ ਉਹਨੂੰ ਭੂਮੀ ਉੱਤੇ ਸੁੱਟ ਦਿੱਤਾ। ਖਿਸਰ ਗਇਓ ਭੂਮ ਪਰ ਡਾਰਿਓ, ਇਹੋ ਜਿਹੀ ਹਾਲਤ ਹੋ ਗਈ। ਤੇ ਭਗਤ ਜੀ ਦੀਆਂ ਮਿੰਨਤਾਂ ਕਰਨ ਲੱਗਿਆ। ਕਹਿਣ ਲੱਗਿਆ, ਆਪ ਜੀ ਮੇਰੇ ਗੁਰੂ ਹੋ, ਮੈਂ ਆਪ ਜੀ ਨੂੰ ਗੁਰੂ ਧਾਰਨ ਕਰਦਾ ਹਾਂ। ਮੇਰੇ ਤੋਂ ਬਹੁਤ ਵੱਡੀ ਗਲਤੀ, ਕੱਲ੍ਹ ਮੇਰੇ ਮਨ 'ਚ ਗਿਲਾਨ ਪੈਦਾ ਹੋਈ ਚਮੜੇ ਦਾ ਇਹ ਪਾਣੀ ਦੇਖ ਕੇ, ਪਰ ਤੁਹਾਡੀ ਨਿਗਾਹ ਤੋਂ ਜਿਹਦੇ ਉੱਤੇ ਤੁਹਾਡੀ ਬਖਸ਼ਿਸ਼ ਹੋਵੇ ਉਹ ਚਮੜੇ ਦਾ ਪਾਣੀ ਵੀ ਅੰਮ੍ਰਿਤ ਬਣ ਸਕਦਾ ਏ। ਇਸ ਕਰਕੇ ਮੇਰੇ ਉੱਤੇ ਬਖਸ਼ਿਸ਼ ਕਰੋ, ਰਹਿਮਤ ਕਰੋ। ਤੇ ਭਗਤ ਰਵਿਦਾਸ ਸਾਹਿਬਾਨ ਜੀ ਕਹਿਣ ਲੱਗੇ ਕਿ ਭਾਈ ਹੁਣ ਸਮਾਂ ਲੰਘ ਚੁੱਕਾ ਏ ਤੇ ਬਖਸ਼ਿਸ਼ ਅਸੀਂ ਕਰਾਂਗੇ, ਪਰ ਉਹ ਬਖਸ਼ਿਸ਼ ਨਹੀਂ ਹੋਣੀ ਹੈ। ਹੁਣ ਤੈਨੂੰ ਨਾਮ ਬਾਣੀ ਦਾ ਅਭਿਆਸ ਕਰਨਾ ਪਵੇਗਾ, ਭਾਂਡਾ ਤਿਆਰ ਕਰਨਾ ਪਵੇਗਾ। ਜੋ ਭਾਂਡਾ ਤਿਆਰ ਹੋ ਜਾਵੇਗਾ ਫਿਰ ਇਸ ਭਾਂਡੇ ਵਿੱਚ ਵਸਤੂ ਪਵੇਗੀ। ਫਿਰ ਇਸ ਪ੍ਰਕਾਰ ਗੁਰੂ ਸਵਾਰਿਓ ਭਗਤ ਜੀ ਨੇ ਫਿਰ ਉਹਨੂੰ ਨਾਮ ਦੇਣਾ ਕੀਤਾ। ਇਹ ਨਾਮ ਦਾ ਅਭਿਆਸ ਇਹ ਸ਼ਾਹੂਕਾਰ ਕਰਨ ਲੱਗਿਆ। ਇਸ ਤਰ੍ਹਾਂ ਵੱਡੇ ਵੱਡੇ ਸ਼ਾਹੂਕਾਰ ਭਗਤ ਰਵਿਦਾਸ ਸਾਹਿਬਾਨ ਜੀ ਦੇ ਜਿਹੜੇ ਨੇ ਉਹ ਦਾਸ ਸੇਵਕ ਬਣ ਗਏ। ਇੱਥੋਂ ਤੱਕ ਰਾਜਾ ਪੀਪਾ ਜੈਸੇ ਵੀ ਉਹ ਵੀ ਭਗਤ ਜੀ ਦੇ ਭਗਤ ਬਣੇ ਆ ਕੇ। ਤੇ ਇੱਥੋਂ ਤੱਕ ਗੁਰੂ ਸਵਾਰਿਓ ਜਦੋਂ ਭਗਤ ਰਵਿਦਾਸ ਸਾਹਿਬਾਨ ਦੇ 40 ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹਨ, ਉਹਨਾਂ ਸ਼ਬਦਾਂ ਨੂੰ ਆਪਾਂ ਪੜ੍ਹਦੇ ਹਾਂ ਤੇ ਸ਼ਬਦਾਂ ਦੇ ਵਿੱਚੋਂ ਭਗਤ ਜੀ ਸਾਨੂੰ ਉਪਦੇਸ਼, ਜਿੱਥੇ ਭਗਤ ਜੀ ਸਾਨੂੰ ਬੈਰਾਗਮਈ ਉਪਦੇਸ਼ ਵੀ ਬਖਸ਼ਿਸ਼ ਕਰਦੇ ਨੇ, ਉੱਥੇ ਭਗਤ ਜੀ ਪਰਮੇਸ਼ਰ ਨਾਲ ਸਿੱਧੀਆਂ ਗੱਲਾਂ ਬਾਤਾਂ ਕਰਦੇ ਨੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਜਹ ਜਾ ਜਾਹੋ ਤਾਹਾਂ ਤੇਰੀ ਸੇਵਾ, ਤੁਮ ਸਿਓ ਠਾਕੁਰ ਔਰ ਨਾ ਦੇਵਾ, ਤੁਮਰੇ ਭਜਨ ਕਟਹਿ ਜਮ ਫਾਸਾ, ਭਗਤ ਹੇਤ ਗਾਵੈ ਰਵਿਦਾਸਾ। ਪਰਮੇਸ਼ਰ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਨੇ ਕਿ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਲ ਸੱਚੀ ਪ੍ਰੀਤੀ ਜੋੜ ਲਈ ਹੈ, ਤੁਹਾਡੇ ਨਾਲ ਪ੍ਰੀਤੀ ਪਾ ਕੇ ਬਾਕੀਆਂ ਸਾਰਿਆਂ ਨਾਲ ਤੋੜਨਾ ਕੀਤੀ। ਹੁਣ ਭਗਤ ਜੀ ਦਾ ਕਹਿਣ ਦਾ ਭਾਵ ਕੀ ਸੀ? ਇਹਦਾ ਮਤਲਬ ਇਹ ਨਹੀਂ ਕਿ ਭਗਤ ਜੀ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣ ਨਹੀਂ ਕਰਦੇ ਸੀ। ਰਹਿੰਦੇ ਪਰਿਵਾਰ ਵਿੱਚ ਗ੍ਰਸਤੀ ਜੀਵਨ ਨੂੰ ਬਤੀਤ ਕਰਦੇ ਨੇ, ਪਰ ਗ੍ਰਸਤੀ ਜੀਵਨ ਬਤੀਤ ਕਰਦਿਆਂ ਹੋਇਆਂ ਵੀ ਜਿੱਥੇ ਆਪਣੇ ਬੱਚਿਆਂ ਦਾ ਪਰਿਵਾਰ ਦੀ ਪਾਲਣਾ ਪੋਸ਼ਣਾ ਕਰ ਰਹੇ ਸਨ, ਅਸਲ ਪ੍ਰੀਤੀ ਪਰਮਾਤਮਾ ਦੇ ਨਾਲ ਪਾਈ ਹੋਈ ਸੀ। ਮਨ ਕਰਕੇ ਵਾਹਿਗੁਰੂ ਨਾਲ ਜੁੜਨਾ, ਉਸ ਅਕਾਲ ਪੁਰਖ ਦੀ ਉਸਤਤ ਕਰਨੀ। ਇੰਨਾ ਵਿਸ਼ਵਾਸ ਸੀ ਕਿ ਤੁਮਰੇ ਭਜਨ ਕਟਹਿ ਜਮ ਫਾਸਾ,
ਭਗਤ ਹੇਤ ਗਾਵੈ ਰਵਿਦਾਸਾ। ਇਹ ਵਿਸ਼ਵਾਸ ਬਣਿਆ ਹੋਇਆ ਸੀ ਕਿ ਪਰਮਾਤਮਾ ਤੇਰੀ ਬੰਦਗੀ ਕਰਕੇ, ਤੇਰੀ ਉਸਤਤ ਕਰਕੇ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ। ਇਸ ਕਰਕੇ ਹਿੱਤ ਕਰਕੇ ਪ੍ਰੇਮ ਦੇ ਸਹਿਤ ਭਗਤ ਰਵਿਦਾਸ ਤੇਰੇ ਗੁਣਾਂ ਦਾ ਗੈਣ ਕਰ, ਰਵਿਦਾਸ ਤੇਰੀ ਉਸਤਤ ਕਰ ਰਿਹਾ, ਵਡਿਆਈ ਕਰ, ਇਸ ਤਰ੍ਹਾਂ ਉਸ ਮਾਲਕ ਦੀ ਉਸਤਤ ਕਰ ਰਹੇ ਨੇ। ਫਿਰ ਗੁਰੂ ਸਵਾਰਿਓ, ਜੇ ਅੰਦਰ ਦੀ ਤੜਫ ਦੀ ਗੱਲ ਕਰੀਏ ਤੇ ਭਗਤ ਜੀ ਆਪਣੀ ਤੜਫ ਨੂੰ ਬਿਆਨ ਕਰਦੇ ਨੇ। ਭਗਤ ਜੀ ਕਹਿੰਦੇ ਨੇ ਮੇਰੀ ਮਨ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ, ਜਿਵੇਂ ਕਹਿੰਦੇ ਨੇ ਮੀਨ ਪੱਕਰ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ।